नमस्कार, ओम शांति, सत श्री अकाल। सतगुरु करता पुरख च मैं तुहाडा प्रेम पूर्वक स्वागत करदी आ। मित्रों, असी अपने इस कार्यक्रम च ਜਿਹੜੇ ਤੁਹਾਡੇ ਪ੍ਰਸ਼ਨ ਆਉਂਦੇ ਉਹਦਾ ਹੱਲ ਦਿੰਦੇ, ਕਦੇ ਡਰਾਮਾ ਵਾਂਗੂ, ਕਦੇ ਸਤਯੁਗ ਤ੍ਰੇਤਾ ਤੇ ਕਦੇ ਸਵਰਗ ਨਰਕ ਤੇ ਕਦੇ ਯੋਗ ਬਲ ਤੇ ਭੋਗ ਬਲ ਤੇ ਕਦੇ ਤੁਸੀਂ ਬਹੁਤ ਸਾਰੇ ਪ੍ਰਸ਼ਨ ਸਾਡੇ ਈਮੇਲ 'ਚ ਭੇਜਦੇ ਔਰ ਅਸੀਂ ਤੁਹਾਡਾ ਬਹੁਤ ਹੀ ਸਰਲਤਾ ਦੇ ਨਾਲ ਉਹਦਾ ਉੱਤਰ ਦਿੰਦੇ। ਮੈਨੂੰ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਸੋਹਣਾ ਲੱਗਦਾ ਹੋਣਾ। ਔਰ ਇਸ ਪ੍ਰੋਗਰਾਮ 'ਚ ਜਿਹੜੇ ਸਾਡੇ ਗੈਸਟ ਬੋਲੀਏ, ਮਹਿਮਾਨ ਬੋਲੀਏ ਜਾਂ ਫਿਰ ਸਾਡੇ ਵੱਡੇ ਭਰਾ ਬੋਲੀਏ, ਉਹ ਬਹੁਤ ਹੀ ਅਨੁਭਵੀ ਹੈ ਜਿਹੜੇ ਇਸ ਗਿਆਨ 'ਚ ਔਰ ਉਹਨਾਂ 'ਤੇ ਜਿਹੜੇ ਅਸੀਂ ਪ੍ਰਸ਼ਨ ਪੁੱਛਦੇ ਉਹਦਾ ਹੱਲ ਦੇਣੇ ਵਾਸਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿਗੁਰੂ ਕਰਤਾ ਪੁਰਖ ਤੋਂ ਸਾਡੇ ਨਿਰਵੈਰ ਭਾਈ ਸਾਹਿਬ। ਸਤਿਗੁਰੂ ਕਰਤਾ ਪੁਰਖ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ, ਸਤਿ ਸ੍ਰੀ ਅਕਾਲ। ਹਾਂਜੀ ਜੀ ਭਾਈ ਸਾਹਿਬ, ਅਸੀਂ ਪਿਛਲੇ ਕੁਛ ਐਪੀਸੋਡ 'ਚ ਅਸੀਂ ਗੱਲ ਕਰਿਆ ਕਰਦੇ ਸੀ ਪਰਮਾਤਮਾ ਦੇ ਬਾਰੇ 'ਚ ਕਿ ਪਰਮਾਤਮਾ ਕਿਆ ਹੈ, ਕਿੱਦਾਂ ਉਹਨੂੰ ਯਾਦ ਕਰੀ। ਤਾਂ ਇਸ 'ਚ ਇੱਕ ਪ੍ਰਸ਼ਨ ਇਹ ਆਉਂਦਾ ਕਿ ਪਰਮਾਤਮਾ ਦੀ ਯਾਦ ਦੇ ਨਾਲ ਨਾਲ ਕਿਆ ਅਸੀਂ ਬ੍ਰਹਮਾ ਬਾਬਾ ਨੂੰ ਵੀ ਯਾਦ ਕਰੀਏ ਜਾਂ ਨਹੀਂ? ਦੋਨੋਂ ਹੀ ਚਾਹੀਦੇ ਆ। ਜਦੋਂ ਅਸੀਂ ਸ਼ਿਵ ਬਾਬਾ ਨੂੰ ਯਾਦ ਕਰਦੇ ਹਾਂ ਜੀ, ਤੇ ਇਹ ਥੋੜ੍ਹਾ ਗਿਆਨ ਤੇ ਰਹਿੰਦਾ ਹੀ ਨਾ ਕਿ ਸਾਨੂੰ ਇਹ ਸੰਦੇਸ਼ ਕਿਸ ਨੇ ਦਿੱਤਾ। ਸ਼ਿਵ ਬਾਬਾ ਨੇ ਜਦੋਂ ਬ੍ਰਹਮਾ ਬਾਬਾ ਦੇ ਜ਼ਰੀਏ ਸੰਦੇਸ਼ ਦੇਣਾ ਸ਼ੁਰੂ ਕੀਤਾ ਤੇ ਬ੍ਰਹਮਾ ਬਾਬਾ ਆਪਣੇ ਆਪ ਨੂੰ ਹਮੇਸ਼ਾ ਕਹਿੰਦੇ ਬਈ ਬ੍ਰਹਮਾ ਬਾਬਾ ਨੂੰ ਯਾਦ ਨਾ ਕਰੋ, ਸ਼ਿਵ ਬਾਬਾ ਨੂੰ ਯਾਦ ਕਰੋ ਜੀ। ਲੇਕਿਨ ਇਹ ਵੀ ਨਾਲ ਨਾਲ ਸਾਨੂੰ ਪਤਾ ਹੀ ਕਿ ਜਦੋਂ ਅਸੀਂ ਆਪਣਾ ਮਨ ਸ਼ਿਵ ਬਾਬਾ ਨਾਲ ਲਗਾਈਏ ਔਰ ਆਪਣੇ ਅੰਦਰ ਆਧਿਆਤਮਿਕ ਉੱਨਤੀ ਕਰਨ ਦੇ ਸੰਕਲਪ ਕਰੀਏ ਤੇ ਸਾਡੇ ਸਾਹਮਣੇ ਮਿਸਾਲ ਕੌਣ ਹੈ? ਬ੍ਰਹਮਾ ਬਾਬਾ। ਤੇ ਮਿਸਾਲ ਹੈ ਬ੍ਰਹਮਾ ਬਾਬਾ। ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਆਪਣੇ ਮਨ ਪਟਲ 'ਤੇ ਸਦਾ ਰੱਖਦੇ ਹਾਂ ਜੀ। ਇਸ ਕਰਕੇ ਬਾਬਾ ਜੋ ਕਹਿੰਦੇ ਨੇ ਫੋਲੋ ਫਾਦਰ, ਕਿਹੜਾ ਫਾਦਰ? ਬ੍ਰਹਮਾ ਬਾਬਾ। ਉਹਨਾਂ ਨੂੰ ਫੋਲੋ ਕਰਨਾ ਹੀ। ਔਰ ਸ਼੍ਰੀਮਤ ਕਿਹਦੀ ਹੈ? ਸ਼ਿਵ ਬਾਬਾ। ਸ਼੍ਰੀ ਸ਼ਿਵ ਬਾਬਾ ਦੀ। ਉਹਨਾਂ ਦੀ ਸ਼੍ਰੀਮਤ ਨੂੰ ਸਮਝ ਕਰਕੇ ਆਪਣੇ ਜੀਵਨ 'ਚ ਜੋ ਪਰਿਵਰਤਨ ਕਰਨਾ ਹੀ, ਉਹਦੇ ਵਾਸਤੇ ਕਿਸ ਤਰ੍ਹਾਂ ਬ੍ਰਹਮਾ ਬਾਬਾ ਨੇ ਉਹ ਸ਼੍ਰੀਮਤ ਨੂੰ ਅੱਛੀ ਤਰ੍ਹਾਂ ਸਮਝ ਕੇ ਉਹਦੀ ਗਹਿਰਾਈ 'ਚ ਜਾ ਕਰਕੇ ਉਹਨੂੰ ਆਪਣੇ ਜੀਵਨ 'ਚ ਕਿਸ ਤਰ੍ਹਾਂ ਅਪਲਾਈ ਕੀਤਾ ਔਰ ਇਤਨਾ ਸੁੰਦਰ ਉਹਨਾਂ ਦਾ ਇੱਕ ਮਿਸਾਲ ਸਾਡੇ ਸਾਹਮਣੇ ਹੈ। ਤਾਂ ਵੀ ਆਰ ਵੈਰੀ ਫੋਰਚੂਨੇਟ, ਬਹੁਤ ਖੁਸ਼ਕਿਸਮਤ ਹੈਗੇ ਆ ਕਿ ਸਾਡੇ ਸਾਹਮਣੇ ਬ੍ਰਹਮਾ ਬਾਬਾ ਦੀ ਮਿਸਾਲ ਹੈਗੀ ਹੈ। ਇਸ ਕਰਕੇ ਕਦੀ ਕਦੀ ਤੁਹਾਨੂੰ ਮੈਂ ਸਾਕਾਰ ਬਾਬਾ ਦੇ ਦਿਨਾਂ ਦੀ ਗੱਲ ਦੱਸਦਾ। ਜੀ ਜੀ ਜੀ, ਜ਼ਰੂਰ। ਤੇ ਮੈਂ ਬਾਬਾ ਦੇ ਬੈੱਡ 'ਤੇ ਬੈਠ ਕਰਕੇ ਬਾਬਾ ਦੇ ਨਾਲ ਥੋੜ੍ਹੀ ਰੂਹ ਰਵਾਨ ਕਦੀ ਕਰਦਾ ਸੀ ਤੇ ਬਾਬਾ ਨੇ ਇੱਕ ਵਾਰ बाबा ने क्या, देखो बच्चे, शिव बाबा को वहाँ याद करना है। मैं क्या बाबा, मैं अज दिन ताईं ते याद ਉਹਨੂੰ ਹੀ ਕਰਦਾ ਹੀ, ਪਰ ਤੁਹਾਡੇ ਜ਼ਰੀਏ ਮੈਨੂੰ ਉਹਨਾਂ ਦਾ ਦਰਸ਼ਨ ਹੋਇਆ। ਤੁਹਾਡੇ ਮਸਤਕ 'ਤੇ ਉਹਨਾਂ ਨੂੰ ਮੈਂ ਆਪਣੇ ਰੂਬਰੂ ਅੱਖਾਂ ਨਾਲ ਦੇਖ ਲਿਆ ਤੇ ਮੈਨੂੰ ਤੇ ਉਹੀ ਸੀਨ ਯਾਦ ਆਉਂਦੀ ਹੈ ਔਰ ਇਸ ਕਰਕੇ ਮੈਂ ਬਾਪ ਦਾਦਾ ਨੂੰ ਇਕੱਠੇ ਹੀ ਦੇਖਦਾ ਹਾਂ ਔਰ ਉਹਨੂੰ ਸੰਖਿਪਤ 'ਚ ਇੱਕ ਹੀ ਸ਼ਬਦ ਯੂਜ਼ ਕਰਦਾ ਹਾਂ, ਬਾਬਾ, ਬਸ, ਜ਼ਿਆਦਾ ਨਹੀਂ।
ਹਾਂਜੀ ਤੇ ਨਾਲੇ ਮੰਮਾ ਨੂੰ ਰੱਖਿਆ ਵਾ, ਮੰਮਾ ਦਾ ਮੰਮਾ ਦਾ ਆਪਣਾ ਪਾਰਟ ਸੀ। ਮੰਮਾ ਐਡਮਿਨਿਸਟ੍ਰੇਟਰ ਦੇ ਰੂਪ ਚ ਇੰਸਟੀਚਿਊਸ਼ਨ ਦੀ ਪਹਿਲੀ ਐਡਮਿਨਿਸਟ੍ਰੇਟਰ ਉਹ ਬਣੀ, ਜੀ ਔਰ ਉਹਦੇ ਚ ਕਈ ਰਾਜ਼ ਹੈਗੇ ਆ। ਇੱਕ ਤੇ ਪਹਿਲੀ ਗੱਲ ਹੈ ਕਿ ਮੰਮਾ ਦਾ ਜਿਹੜਾ ਜੀਵਨ ਸੀ ਉਹ ਬੜਾ ਉੱਚ ਕੋਟੀ ਦੀ ਪਵਿੱਤਰਤਾ, ਔਰ ਉਹਦੇ ਨਾਲ ਨਾਲ ਫਿਰ ਕਈ ਸਾਰੀਆਂ ਵਿਸ਼ੇਸ਼ਤਾ ਜਿਹੜੀਆਂ ਹੁੰਦੀਆਂ ਸੀ, ਕਈ ਗਿਆਨ ਦੇ ਹਿਸਾਬ ਨਾਲ ਵੀ ਔਰ ਆਰਟਸ ਦੇ ਹਿਸਾਬ ਨਾਲ ਵੀ। ਤੁਸੀਂ ਦੇਖਣਗੇ ਉਹ ਮੰਮਾ ਨੂੰ ਸਿਤਾਰ ਵਜਾਉਂਦੇ ਹੋਏ ਉਹਨਾਂ ਦਾ ਫੋਟੋ ਹੈਗਾ। ਜੀ ਜੀ ਇਸ ਤਰ੍ਹਾਂ ਹੋਰ ਵੀ। ਔਰ ਗਿਆਨ 'ਚ ਜਦੋਂ ਆਏ ਨੇ ਉਸ ਵੇਲੇ ਮਸ਼ਹੂਰ ਸੀ ਸਾਰੇ ਹੈਦਰਾਬਾਦ, ਸਿੰਧ 'ਚ ਕਹੀਏ, ਸਿੰਧੀਆਂ 'ਚ ਕਹੀਏ, ਕਿ ਬਹੁਤ ਹੀ ਨੰਬਰ 1 ਆਰਟਿਸਟ ਸੀ। ਆਰਟਿਸਟ ਕਹਾਂਗਾ ਮੈਂ, ਉਹਦੇ 'ਚ ਗੀਤ, ਸੰਗੀਤ, ਡਾਂਸ ਸਭ ਆ ਜਾਂਦਾ ਹੈ। ਹਾਂਜੀ। ਔਰ ਲੇਕਿਨ ਮੰਮਾ ਫਿਰ ਇਹ ਵੀ ਕਹਿੰਦੀ ਸੀ ਕਿ ਮੰਮਾ ਕਦੀ ਟਰਾਂਸ 'ਚ ਨਹੀਂ ਗਈ ਹੈ। ਬਾਬਾ ਟਰਾਂਸ 'ਚ ਜਾਂਦਾ ਰਿਹਾ ਔਰ ਜਾਂਦਾ ਹੀ, ਮੰਮਾ ਨਹੀਂ ਗਈ ਹੈ। ਲੇਕਿਨ ਬਾਬਾ ਨੇ ਜੋ ਸਿਖਾਇਆ ਹੈ ਉਹਨੂੰ ਅੱਛੀ ਤਰ੍ਹਾਂ ਅਭਿਆਸ ਕਰਕੇ, ਉਹਦੀ ਗਹਿਰਾਈ ਦੇ ਬਾਰੇ 'ਚ ਵਿਚਾਰ ਸਾਗਰ ਮੰਥਨ ਕਰਕੇ ਮੰਮਾ ਨੇ ਆਪਣੇ ਜੀਵਨ 'ਚ ਉਹ ਧਾਰਨਾ ਕੀਤੀ ਹੈ। ਬਹੁਤ ਸੁੰਦਰ ਗੱਲਾਂ ਹੈਗੀਆਂ ਮੰਮਾ ਦੀਆਂ ਤੇ। ਹਾਂਜੀ ਬਾਬਾ ਜੀ, ਪਰਮਾਤਮਾ ਨੇ ਕਿਹਾ ਕਿ ਪਿਆਰ ਤੇ ਦਿਲ ਤੇ ਯਾਦ ਕਰੋ, ਮਤਲਬ ਤੇ ਨਹੀਂ, ਨਹੀਂ ਤਾਂ ਬਾਪ ਦੀ ਮਦਦ ਅਵश्य ਮਿਲੂਗੀ। ਜਾਂ ਫਿਰ ਇਹ ਜਿਹੜੇ ਦੋ ਰੂਪ ਹੈ, ਇਨ ਦੋਨਾਂ ਰੂਪ 'ਚ ਕੀ ਅੰਤਰ ਹੈ, ਪਿਆਰ ਤੇ ਨਾਲੇ ਦਿਲ ਤੇ? ਜੋ ਬੜੇ ਇਮਾਨਦਾਰੀ ਨਾਲ ਬਾਬਾ ਦੇ ਨਾਲ ਕਮਿਊਨੀਕੇਟ ਕਰਦੇ ਨੇ, ਸੱਚਾਈ, ਸਫਾਈ और बड़ी भावना, तो वो बच्चे बाबा नू बड़े प्यारे लगते। ਉਹਦੇ ਇਵਸ 'ਚ ਕੁਛ ਲੋਕ ਇਹੋ ਜਿਹੇ ਹੁੰਦੇ ਆ, ਉਹ ਥੋੜਾ ਦਿਖਾਵਾ ਜ਼ਿਆਦਾ ਕਰਦੇ ਆ। ਤੇ ਜਿਹੜਾ ਦਿਖਾਵਾ ਕਰਨ ਵਾਲੇ ਆ, ਬਾਬਾ ਕਹਿੰਦਾ ਮੈਂ ਉਹਨਾਂ ਨੂੰ ਵੀ ਪਿਆਰ ਤੇ ਉਹਨਾਂ ਨੂੰ ਵੀ ਦਿੰਦਾ ਹੀ, ਲੇਕਿਨ ਦਿਖਾਵੇ ਵਾਲੇ ਜਿਹੜੇ ਆ ਉਹਨਾਂ ਦਾ ਥੋੜਾ, ਜੋ ਬਿਲਕੁਲ ਸਿੰਸੀਅਰ ਹੈਗੇ ਆ, ਬਿਲਕੁਲ ਓਨੈਸਟ ਹੈਗੇ ਆ, ਜਿਨ੍ਹਾਂ ਦੀ ਅਨਕੰਡੀਸ਼ਨਲ ਫੇਥ ਹੈ, ਉਹ ਬੱਚੇ ਬਾਬਾ ਨੂੰ ਜ਼ਿਆਦਾ ਪ੍ਰਿਯ ਲੱਗਦੇ ਆ। ਜਿਸ ਤਰ੍ਹਾਂ ਬਾਬਾ ਮਿਸਾਲ ਦਿੰਦਾ ਹੀ, ਮੁਰਲੀ 'ਚ ਸੀ ਕੱਲ ਦੀ ਮੁਰਲੀ 'ਚ, ਕੱਲ ਜਾਂ ਪਰਸੋਂ ਦੀ, ਕਿ ਜਿਹੜੇ ਗਾਉਂ ਦੇ ਬੱਚੇ ਨੇ, ਪਿੰਡਾਂ 'ਚ ਰਹਿੰਦੇ ਨੇ, ਖਾਸ ਕਰ ਮਾਤਾ ਜੀ, ਬਜ਼ੁਰਗ ਭਾਈ, ਅਨਪੜ੍ਹ ਵੀ ਹੁੰਦੇ ਆ, ਪਰ ਉਹਨਾਂ ਦੀ ਜਿਹੜੀ ਪਿਆਰ ਭਰੀ ਭਾਵਨਾ ਹੈਗੀ ਹੈ, ਉਹ ਬਾਬਾ ਨੂੰ ਬਹੁਤ ਪ੍ਰਿਯ ਲੱਗਦੀ ਹੈ। ਤੇ ਇਸ ਕਰਕੇ ਬਾਬਾ ਉਹਨਾਂ ਨੂੰ ਜਿਗਰੀ ਪਿਆਰ ਦਿੰਦਾ ਸੀ। ਜੀ। ਤੇ ਬਾਬਾ ਮੁਰਲੀ 'ਚ ਬੋਲਦੇ ਕਿ ਮਿਲਕੀਅਤ, ਬਾਪ ਦੀ ਮਿਲਕੀਅਤ, ਤੇ ਮਿਲਕੀਅਤ ਕੀ ਹੁੰਦੀ? ਪ੍ਰੋਪਰਟੀ, ਇੰਗਲਿਸ਼ 'ਚ ਕਹਿੰਦੇ ਪ੍ਰੋਪਰਟੀ। ਅੱਛਾ। ਇਹ ਉਰਦੂ ਸ਼ਬਦ ਹੈ ਮਲਕੀਅਤ। ਜੀ। ਤੇ ਮਿਲਕੀਅਤ ਮਤਲਬ ਬਾਪ ਦੀ ਪ੍ਰੋਪਰਟੀ क्या सतयुग या ਇਹ ਸੰਗਮ ਯੁਗ ਚ? ਇਸ ਵੇਲੇ ਜਿਹੜੀ ਸਭ ਤੋਂ ਉੱਚੀ ਪ੍ਰੋਪਰਟੀ ਹੈ, ਜਿਸ ਗਿਆਨ ਵਾਸਤੇ ਬਾਬਾ ਕਹਿੰਦਾ ਹੀ, ਇੱਕ ਇੱਕ ਗਿਆਨ ਦਾ ਜਿਹੜਾ ਮਹਾਵਾਕ ਹੈਗਾ ਹੀ, ਉਹ ਇਟ ਇਜ਼ ਵਰਥ ਮਿਲੀਅਨਸ, ਕਰੋੜਾਂ ਦੀ ਕੀਮਤ ਹੈ ਉਹਦੀ।
ਕਿਉਂਕਿ ਉਹ ਸਾਡੇ ਜੀਵਨ 'ਚ ਲਿਆਉਣ ਨਾਲ ਸਾਡਾ ਜੀਵਨ ਕਿੱਥੇ ਚੱਲ ਪਹੁੰਚ ਜਾਂਦਾ। ਯਾ ਦੇਖੋ ਤੁਸੀਂ ਇੱਕਦਮ ਮਿੱਟੀ 'ਚ ਰੁਲ ਰਹੇ ਸੀ, ਔਰ ਉਸ ਤੋਂ ਬਾਬਾ ਨੇ ਉਠਾ ਕੇ ਪਿਆਰ ਨਾਲ ਸਮਝਾ ਕੇ ਔਰ ਸਾਨੂੰ ਪਵਿੱਤਰ ਬਣਨ ਦੀ ਸਿੱਖਿਆ ਦੇ ਕਰਕੇ ਸਾਫ਼ ਸਵੱਛ ਕਰਕੇ ਆਪਣੇ ਦਿਲ ਤੱਕ ਤੇ ਬਿਠਾਤਾ। ਇਹ ਕੋਈ ਛੋਟੀ ਅਚੀਵਮੈਂਟ ਨਹੀਂ ਹੈ। ਅੱਜ ਦੁਨੀਆ 'ਚ ਕਰੋੜਪਤੀ ਅਰਬਪਤੀ ਬਹੁਤ ਹੈਗੇ ਆ, ਪਰ ਉਹ ਭਗਵਾਨ ਦੇ ਦਿਲ ਤੇ ਨਹੀਂ ਵਿਰਾਜਮਾਨ। ਇਹ ਜ਼ਰਾ ਸੋਚੋ ਤੁਸੀਂ। ਤੇ ਅਸੀਂ ਬਾਪ ਨੂੰ ਔਰ ਮਿਲਕੀਅਤ ਨੂੰ ਕਾਹਨੂੰ ਭੁੱਲ ਜਾਂਦੇ ਫਿਰ? ਹੈਂ? ਬਾਪ ਨੂੰ, ਇਹ ਜਿਹੜੀ ਮਿਲਕੀਅਤ ਹੈ, ਮਤਲਬ ਬਾਪ ਨੂੰ ਔਰ ਬਾਪ ਦੀ ਜਿਹੜੀ ਮਿਲਕੀਅਤ ਹੈ, ਇਹਨੂੰ ਅਸੀਂ ਕਾਹਨੂੰ ਭੁੱਲ ਜਾਂਦੇ? ਇਸ ਨੂੰ ਕਿਉਂ ਭੁੱਲ ਜਾਂਦੇ ਹਾਂ? ਹਾਂਜੀ। ਇਹ ਤੇ ਫਿਰ ਦੇਖੋ ਰੁਚੀ ਦੀ ਗੱਲ ਹੈ। ਕਿੰਨੀ ਰੁਚੀ ਹੈ ਤੁਹਾਨੂੰ? ਔਰ ਇਹ ਦੇਖਿਆ ਗਿਆ ਹੀ ਕਿ ਜਿੰਨਾ ਜਿੰਨਾ ਅਸੀਂ ਬਾਬਾ ਦੇ ਯਾਦ 'ਚ ਮਨ ਲਗਾਉਂਦੇ ਹਾਂ ਤੇ ਮਨ ਪਵਿੱਤਰ ਬਣਦਾ ਜਾਂਦਾ ਹੈ ਜੀ। ਆਤਮਾ ਦੇ ਸੰਸਕਾਰ ਜਿਹੜੇ ਆ ਉਹ ਪਰਿਵਰਤਨ ਹੁੰਦੇ ਜਾਂਦੇ ਆ, ਸ੍ਰੇਸ਼ਟ ਬਣਦੇ ਜਾਂਦੇ ਆ, ਸਾਤਵਿਕ ਬਣਦੇ ਜਾਂਦੇ ਆ, ਦੇਵੀ ਬਣਦੇ ਜਾਂਦੇ ਆ ਜੀ। ਤੇ ਜਿਤਨਾ ਤੁਹਾਡਾ ਉਹ ਪਰਿਵਰਤਨ ਅੰਦਰ ਪੋਜ਼ਿਟਿਵ ਚੇਂਜ ਉਹ ਹੁੰਦੀ ਜਾਏਗੀ, ਉਹਨਾਂ ਤੁਹਾਡਾ ਜਿਹੜਾ ਬਾਬਾ ਦੇ ਨਾਲ ਪਿਆਰ ਹੈ ਉਹ ਵੱਧਦਾ ਜਾਏਗਾ। ਅੱਛਾ। ਬਾਬਾ ਬੜੀ ਛੋਟੀ ਜਿਹੀ ਮਿਸਾਲ ਦਿੰਦੇ ਸੀ ਕਿ ਦੇਖੋ ਮੈਗਨੇਟ ਹੁੰਦਾ ਹੀ, ਤੇ ਜੋ ਜਿਹੜੀਆਂ ਸੂਈਆਂ ਹੁੰਦੀਆਂ ਨਾ ਜਿਹਦੇ ਤੇ ਜੰਗ ਨਹੀਂ ਹੁੰਦਾ, ਉਹ ਫਟ ਮੈਗਨੇਟ ਦੀ ਤਰਫ ਆ ਜਾਂਦੀਆਂ ਜੀ। ਔਰ ਜਿਹਦੇ ਤੇ ਜੰਗ ਲੱਗਿਆ ਹੁੰਦਾ ਈ ਉਹ ਬੜੀ ਮੁਸ਼ਕਿਲ ਨਾਲ ਕਿਤੇ ਨੇੜੇ ਆਉਂਦੀਆਂ। ਇਸ ਕਰਕੇ ਬਾਬਾ ਨੇ ਜਿਹੜਾ ਸ਼ੁਰੂ 'ਚ ਹੀ ਇਹ ਸੰਦੇਸ਼ ਦਿੱਤਾ, ਬੱਚੇ ਆਪਣੇ ਜੀਵਨ ਨੂੰ ਪਵਿੱਤਰ ਬਣਾਓ, ਇਸੇ ਕਰਕੇ ਦਿੱਤਾ। ਤਕਲੀਫ ਦੇਣ ਵਾਸਤੇ ਨਹੀਂ ਹੈ, ਦੁੱਖ ਦੇਣ ਵਾਸਤੇ ਨਹੀਂ ਹੈ, ਲੇਕਿਨ ਸੱਚਾ ਸੁੱਖ ਅਸੀਂ ਪਾ ਸਕੀਏ। ਸੁੱਖ ਦਾ ਸਾਗਰ ਪਰਮਾਤਮਾ ਹੈ, ਉਹਨਾਂ ਦੇ ਨੇੜੇ ਜਾ ਸਕੀਏ, ਉਹਨਾਂ ਦੇ ਨਾਲ ਆਪਣਾ ਮਨ ਲਗਾ ਸਕੀਏ, ਉਹਨਾਂ ਤੋਂ ਆਪਣੀ ਜੋ ਅੰਦਰ ਦੀ ਸੁੱਖ ਦੀ ਸ਼ਾਂਤੀ ਦੀ ਪ੍ਰੋਪਰਟੀ ਹੈ ਉਹ ਕਲੇਮ ਕਰ ਸਕੀਏ। ਤੇ ਉਹਦੇ ਵਾਸਤੇ ਬਾਬਾ ਨੇ ਇਹ ਬਹੁਤ ਬਹੁਤ ਪਿਆਰ ਨਾਲ ਸਮਝਾਇਆ ਜੀ। ਤੇ ਤੁਸੀਂ ਥੋੜਾ ਟਰਾਂਸ ਦੀ ਗੱਲ ਕੀਤੀ ਕਿ ਮੰਮਾ ਟਰਾਂਸ ਨਹੀਂ ਜਾਂਦੇ ਸੀ ਲੇਕਿਨ ਬਾਬਾ ਜਾਂਦੇ थे, ਤਾਂ ਟਰਾਂਸ क्या ਹੁੰਦਾ ਹੈ? ਟਰਾਂਸ ਤੇ ਯੋਗ 'ਚ ਕੀ ਅੰਤਰ ਹੁੰਦਾ ਹੈ? ਯੋਗ ਅਰਥਾਤ ਯਾਦ। ਜੀ। ਯਾਦ 'ਚ ਅਸੀਂ ਆਪਣੇ ਆਪ ਨੂੰ ਆਪਣੇ ਸੱਤੇ ਸਰੂਪ 'ਚ ਸਮਝ ਕਰਕੇ ਕਿ ਅਸੀਂ ਜੋਤੀ ਸਰੂਪ ਆਤਮਾ ਹੈਗੇ ਆ, ਔਰ ਜਦੋਂ ਅਸੀਂ ਆਤਮਾ ਪਰਮਧਾਮ 'ਚ ਹੈਗੇ ਜਾਂ ਸਤਯੁਗ 'ਚ ਹੈਗੇ ਤੇ ਆਤਮਾ ਬਿਲਕੁਲ ਸਾਫ ਸਵੱਛ ਸਾਤਵਿਕ ਹੈ, ਸਤੋ ਪ੍ਰਧਾਨ ਹੈ। ਔਰ ਉਹ ਸਥਿਤੀ ਸਾਡੀ ਅਗਰ ਆ ਜਾਏ ਤਾਂ ਉਹਦੇ ਵਰਗਾ ਤਾਂ ਸੁੱਖ ਹੀ ਕੋਈ ਨਹੀਂ ਹੈ। ਇਸ ਕਰਕੇ ਮੰਮਾ ਨੇ ਇਸ ਚੀਜ਼ ਨੂੰ ਪਕੜ ਲਿਆ, ਯੋਗ, ਉਹਦੀ ਗਹਿਰਾਈ 'ਚ ਜਾਣਾ, ਯੋਗ 'ਚ ਰਹਿਣਾ, ਸ਼ਿਵ ਬਾਬਾ ਦੇ ਨਾਲ ਪੂਰਾ ਮਨ ਲਗਾਉਣਾ, ਆਪਣੇ ਆਪ ਨੂੰ ਵੀ ਇਤਨਾ ਇਵੋਲਵ ਕੀਤਾ ਕਿ ਜਿਸ ਤਰ੍ਹਾਂ ਉਹ ਪਰਮਧਾਮ ਨਿਵਾਸੀ ਬਣ ਕੇ ਬੈਠ ਜਾਣ ਜਾਂ ਸੂਖਸ਼ਮ ਵਤਨ ਵਾਸੀ ਬੈਠ। ਔਰ ਬਾਬਾ ਦੇ ਸਾਹਮਣੇ ਇਤਨੇ ਬੱਚੇ, ਸਾਰਿਆਂ ਬੱਚਿਆਂ ਨੂੰ ਸੰਭਾਲਣਾ ਔਰ ਸਾਰਿਆਂ ਨੂੰ ਖੁਸ਼ ਕਰਨਾ। तो वो बाबा बाबा सी, मम्मा मम्मा सी, लेकिन दोनों दी टीम बड़ी अच्छी सी। जी। दोनों मिल कर के बच्चों ਨੂੰ इतना परवरिश ਦਿੰਦੇ ਸੀ ਤੇ ਇਸ ਕਰਕੇ ਦੋਨਾਂ ਦੀ ਆਪਣੀ ਆਪਣੀ ਰੋਲ ਹੈਗੀ ਸੀ।
ਮਾਂ ਦੀ ਆਪਣੀ ਰੋਲ ਹੈ, ਬਾਪ ਦੀ ਆਪਣੀ ਰੋਲ ਹੈ। ਤੇ ਟਰਾਂਸ ਫਿਰ? ਔਰ ਟਰਾਂਸ ਜੋ ਹੈ ਇਹ ਤੇ ਵਰਦਾਨ ਹੈ ਪਰਮਾਤਮਾ ਦਾ। ਸ਼ੁਰੂ 'ਚ ਜਦੋਂ ਬਾਬਾ ਨੂੰ ਇਸ ਸ੍ਰਿਸ਼ਟੀ ਦੇ ਆਦ ਮੱਧ ਅੰਤ ਦਾ ਸਾਰਾ ਗਿਆਨ ਦਿੱਤਾ ਉਹਨਾਂ ਨੇ, ਔਰ ਪਰਮਾਤਮਾ ਨੇ ਆਪਣੇ ਸਰੂਪ ਦਾ ਪਰਿਚੈ ਕਰਾਇਆ, ਤੇ ਉਸ ਵੇਲੇ ਉਹ ਟਰਾਂਸ ਦੇ ਜ਼ਰੀਏ, ਪਹਿਲੇ ਬਾਬਾ ਨੂੰ ਸਾਖਸ਼ਾਤਕਾਰ ਦੇ ਜ਼ਰੀਏ ਉਹ ਪਰਿਚੈ ਮਿਲਿਆ ਸੀ। ਔਰ ਫਿਰ ਉਹਦੇ ਉੱਪਰ ਬਾਬਾ ਦਾ ਵਿਚਾਰ ਸਾਗਰ ਮੰਥਨ ਹੁੰਦਾ ਰਿਹਾ। ਉਦੋਂ ਬਾਅਦ ਫਿਰ ਉਹ ਸਾਰੀ ਡਰਾਇੰਗਸ ਵੀ ਬਣ ਗਈਆਂ ਔਰ ਚਿੱਤਰ ਵੀ ਬਣ ਗਏ। ਅੱਜ ਦੀ ਮੁਰਲੀ ਸੀ ਚਿੱਤਰ ਦੇ ਬਾਰੇ 'ਚ, ਸ੍ਰੀ ਲక్ష్ਮੀ ਨਾਰਾਇਣ ਦਾ ਟਰਾਂਸਲਾਈਟ, ਇਹ ਬਾਅਦ 'ਚ ਬਣਿਆ। ਮਤਲਬ ਟਰਾਂਸ 'ਚ ਜਾਣੇ ਦਾ ਮਤਲਬ ਹੋਇਆ ਕਿ ਇਮੇਜਿਨ ਕਰਨਾ? ਨਹੀਂ, ਇਮੇਜਿਨ ਨਹੀਂ ਹੁੰਦਾ ਉਹ। ਦੈਟ ਇਜ਼ ਨਾਟ ਇਨ ਯੋਰ ਹੈਂਡਸ। ਟਰਾਂਸ 'ਚ ਜਾਣਾ ਮਾਨਾ ਇਹ ਇੱਕ ਵਰਦਾਨ ਹੈ ਪਰਮਾਤਮਾ ਦਾ, ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਹੀ। ਜਿਸ ਤਰ੍ਹਾਂ ਸਾਡੇ ਭੋਗ ਲਗਾਉਂਦੇ ਆ ਸੰਦੇਸ਼ੀਆਂ, ਉਹ ਧਿਆਨ 'ਚ ਜਾਂਦੀਆਂ ਹੀ, ਤੇ ਉਹ ਇਮੇਜਿਨ ਨਹੀਂ ਕਰਦੀਆਂ। ਅੱਛਾ। ਉਹ ਫਿਰ ਪ੍ਰੋਸੈਸ ਹੀ ਆਪਣੇ ਕਿਸਮ ਦਾ ਹੀ, ਇਸ ਕਰਕੇ ਉਹਨੂੰ ਅਸੀਂ ਜ਼ਿਆਦਾ ਹਾਈਲਾਈਟ ਨਹੀਂ ਕਰਦੇ। ਅੱਛਾ ਜੀ ਭਾਜੀ। ਤੇ ਤੁਸੀਂ ਇਸ ਵੇਲੇ ਥੋੜਾ ਧਿਆਨ ਦੀ ਗੱਲ ਕੀਤੀ, ਤੇ ਦਿਵਯ ਦ੍ਰਿਸ਼ਟੀ ਤੇ ਧਿਆਨ, ਇਹ ਦੋਨਾਂ 'ਚ ਕਿਆ ਅਸੀਂ ਸਾਖਸ਼ਾਤ ਕਰ ਸਕਦੇ? ਦਿਵਯ ਦ੍ਰਿਸ਼ਟੀ ਮਾਨਾ ਹੀ ਸਾਖਸ਼ਾਤਕਾਰ। ਹੁਣ ਜੋ ਧਿਆਨ 'ਚ ਜਾਣਾ ਮਾਨਾ ਸਰੀਰ ਤੋਂ डिटैच होकर के, अच्छा, सूक्ष्म वतन च जाना। और दिव्य दृष्टि? वो दिव्य दृष्टि के जरिए ही जाते ना। अच्छा। दिव्य दृष्टि मीनस हैगा, ਉਹਦੇ ਜ਼ਰੀਏ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਕਿੱਥੇ ਜਾ ਰਹੇ ਹੋ। ਜੀ ਜੀ ਜੀ। ਤੇ ਇਸ 'ਚ ਜਿਹੜਾ ਕਿਆ ਉਸ ਸਮੇਂ ਆਤਮਾ ਦੀ ਸਥਿਤੀ ਜੇ ਹੁੰਦੀ, ਉਹ ਕਿਹੜੀ ਹੁੰਦੀ? ਹਲਚਲ ਜਾਂ ਸ਼ਾਂਤ, ਜਾਂ ਫਿਰ ਇੱਕ ਪਰਮਾਤਮਾ ਦਾ ਅਨੁਭਵ ਪ੍ਰਾਪਤ ਕਰਨਾ? ਕੋਈ ਹਲਚਲ ਨਹੀਂ, ਕੁਛ ਨਹੀਂ, ਬਲਕਿ ਸਿਰਫ ਇੱਕ ਬਾਬਾ ਉਹਨਾਂ ਦੀ ਯਾਦ 'ਚ ਮਨ ਲੱਗਿਆ ਹੁੰਦਾ। ਤਾਂ ਜਿਹੜੇ ਸੰਨਿਆਸੀ ਲੋਕ ਹੁੰਦੇ ਉਹ ਕਿਹੜਾ ਧਿਆਨ ਕਰਦੇ ਫਿਰ? ਇਹ ਸੰਨਿਆਸੀਆਂ ਕੋਲੋਂ ਪੁੱਛਣਾ ਪਏਗਾ ਨਾ, ਮੈਂ ਥੋੜਾ ਸੰਨਿਆਸੀ ਹੈਗਾ। ਉਹਨਾਂ ਦੇ ਧਿਆਨ 'ਚ ਔਰ ਸਾਡੇ ਧਿਆਨ 'ਚ ਫਰਕ ਹੈ ਫਿਰ? ਕੁਛ ਤੇ ਹੋਏਗਾ ਫਰਕ। ਜੋ ਤੁਸੀਂ ਧਿਆਨ, ਜੋ ਪ੍ਰੈਕਟਿਸ ਕਰਦੇ ਹੋ, ਤੁਹਾਡਾ ਜਿਹੜਾ ਜੋ ਪ੍ਰੈਕਟਿਸ ਹੈਗੀ ਆ, ਉਹ ਪਰਮਾਤਮਾ ਨੇ ਜੋ ਗਿਆਨ ਦਿੱਤਾ ਹੀ ਜੀ, ਭਾਵੇਂ ਉਹ ਟਰਾਂਸ ਦੇ ਜ਼ਰੀਏ ਦਿੱਤਾ, ਭਾਵੇਂ ਉਹ ਬ੍ਰਹਮਾ ਮੁਖ ਦੁਆਰਾ ਸੁਣਾਇਆ, ਭਾਵੇਂ ਉਹ ਦਾਦੀ ਗੁਲਜ਼ਾਰ ਦੇ ਮੁਖ ਦੁਆਰਾ ਸੁਣਾਇਆ, ਲੇਕਿਨ ਸੁਣਾਉਣ ਵਾਲਾ ਕੌਣ? ਪਰਮਾਤਮਾ। ਤੇ ਈਸ਼ਵਰੀ ਗਿਆਨ ਦੇ ਆਧਾਰ ਤੇ ਜਿਹੜੀ ਪ੍ਰੈਕਟਿਸ ਹੈਗੀ ਹੈ, ਉਹਦੀ ਜਿਹੜੀ ਰਿਜ਼ਲਟ ਹੈ, ਜੋ श्रीमद् भगवत गीता च भी वर्णन है, और जो बाबा ने भी कहा है कि देह सहित देह के सब संबंधों से बुद्धि योग हटाकर स्वयं को आत्मा निश्चय करो, और आत्मा निश्चय करके फिर मुझ पिता परमात्मा के साथ मन लगाओ। ऐसा जो प्रयाग योगी होगा वो मेरे परम धाम को प्राप्त करेगा। नहीं तो जो भी तपस्वी है, योगी हैं, जिस भावना से वो तपस्या करते हैं, योग करते हैं, उनकी मनोकामना मैं पूर्ण करता हूँ, मैं नहीं मिलता हूँ। ये बाबा के माँ वाक्य, क्योंकि उनकी भावना तो है कि हम ब्रह्म में लीन हो जाए। वो शिव परमात्मा दे नाल कनैक्शन जोड़न ਦਾ ਉਹਨਾਂ 'ਚ ਸੰਕਲਪ ਨਹੀਂ ਹੈਗਾ। ਤੇ ਤੁਸੀਂ ਇੱਕ ਗੱਲ ਬੋਲੀ ਸੀ ਕਿ ਦੇਹ ਦਾ ਤਿਆਗ ਕਰ ਜਿਹੜਾ ਸੰਬੰਧ ਨੂੰ ਤਿਆਗ ਕਰਨਾ, ਇਹ ਬੁੱਧੀ, ਹਾਂ, ਬੁੱਧੀ ਯੋਗ।
ਇਹ ਕਿੱਦਾਂ ਕਰ ਸਕਦੇ? ਕਿਉਂਕਿ ਜਿਹੜੇ ਪਰਿਵਾਰ 'ਚ ਰਹਿਣੇ ਵਾਲੇ, ਐਗਜ਼ਾਮਪਲ ਮੈਂ ਪਰਿਵਾਰ 'ਚ ਰਹਿਣੇ ਵਾਲੀ ਹੈ, ਮੈਂ ਆਪਣਾ ਕਿੱਦਾਂ ਸੰਬੰਧ ਦਾ ਕਿੱਦਾਂ ਤਿਆਗ ਕਰ ਸਕਦੀ? ਕਿਉਂਕਿ ਸਾਡਾ ਉਹ ਵੀ ਤਾਂ ਕਰਤੱਵ ਹੈ, ਉਹ ਕਿੱਦਾਂ ਪਾਲਨ ਕਰੀਏ ਫਿਰ? ਕਮਲ ਫੁੱਲ ਦੀ ਤਰ੍ਹਾਂ, ਕਮਲ ਫੂਲ ਦਾ ਜਿਹੜਾ ਮਿਸਾਲ ਦਿੱਤਾ ਜਾਂਦਾ, ਇਸੇ ਤਰ੍ਹਾਂ ਹੀ ਨਾ ਉਹ ਸਾਰਿਆਂ ਦੇ ਨਾਲ ਸੰਬੰਧ ਜੋ ਹੈ ਉਹਨਾਂ ਦਾ, ਲੇਕਿਨ ਨਿਆਰੇ ਔਰ ਪਿਆਰੇ ਰਹਿੰਦੇ ਆ ਬਸ। जी बिल्कुल। अगला प्रश्न है भाजी, आत्मा और शरीर का ये तो सानू पता है कि एक संबंध है, लेकिन दोनों च क्या गुण धर्म है? आत्मा अनादि है, अविनाशी है, और मन बुद्धि संस्कार सहित हैगी है। संकल्प शक्ति भी ਉਹਦੇ 'ਚ है और बुद्धि ਦੀ शक्ति, निर्णय शक्ति भी ਉਹਦੇ 'ਚ है, और फिर कर्म ਕਰਦੇ ਆ ਤੇ ਉਹਦਾ ਜਿਹੜਾ ਕੀ ਕਹੀਏ ਰਿਜ਼ਲਟ ਹੈ, ਉਹ ਸੰਸਕਾਰ ਰੂਪ 'ਚ ਉਹ ਵੀ ਧਾਰਨ ਕਰਦੀ ਹੈ। ਮਨ बुद्धि और संस्कार ਇਹ ਆਤਮਾ 'ਚ ਹੈ। ਸਰੀਰ ਜਦੋਂ ਚੇਤਨ ਹੁੰਦਾ ਹੀ ਤੇ ਉਹ ਮਾਧਿਅਮ ਬਣਦਾ ਹੀ। ਸਰੀਰ ਦੇ ਜ਼ਰੀਏ, ਜਿਸ ਤਰ੍ਹਾਂ ਸਰੀਰ 'ਚ ਬ੍ਰੇਨ ਹੈਗਾ, ਬ੍ਰੇਨ ਦਾ ਆਪਣਾ ਕੰਮ ਹੈ, ਲੇਕਿਨ ਬ੍ਰੇਨ 'ਚ ਇੱਕ ਸਥਾਨ ਇਹੋ ਜਿਹਾ ਹੀ, ਤੁਸੀਂ ਉਹਦੀ ਉਹ ਦੇਖਦੇ ਹੋ, ਕਈ ਭੈਣਾਂ ਜਾਂ ਭਾਈ ਤਿਲਕ ਲਗਾਉਂਦੇ ਆ ਜੀ, ਤੇ ਉਹ ਨਿਸ਼ਾਨੀ ਹੈ ਆਤਮਾ ਦੇ ਨਿਵਾਸ ਦੀ। ਜੀ, ਜਿਸ ਤਰ੍ਹਾਂ ਡਰਾਈਵਰ ਗੱਡੀ ਚਲਾਉਂਦਾ ਹੀ ਤੇ ਕਿੱਥੇ ਬੈਠਦਾ ਹੀ? ਪਿੱਛੇ ਬੈਠ ਕੇ ਤਾਂ ਨਹੀਂ ਚਲਾਏਗਾ, ਅੱਗੇ ਬੈਠ ਕਰਕੇ ਚਲਾਉਂਦਾ ਹੀ। ਇਸੇ ਤਰ੍ਹਾਂ ਹੀ ਸਾਡੇ ਜਿਹੜੇ ਪ੍ਰਦਰਸ਼ਨੀ ਦੇ ਚਿੱਤਰ ਹੈ, ਉਹਨਾਂ 'ਚ ਦਿਖਾਉਂਦੇ ਇਸ ਤਰ੍ਹਾਂ ਹੀ। ਇੱਕ ਮੋਟਰ ਦੇ ਵਿੱਚ, ਮੋਟਰ ਕਾਰ, ਉਹਦੇ 'ਚ ਬੈਠਿਆ ਵਿਅਕਤੀ, ਉਹਦੇ ਮਸਤਕ 'ਤੇ ਉਹ ਆਤਮਾ ਦਿਖਾਈ ਜਾਂਦੀ ਹੈ। ਤੇ ਆਤਮਾ ਦਾ ਜਿਹੜਾ ਆਪਣਾ ਨਿਜ ਧਰਮ ਹੈਗਾ, ਇੱਕ ਤੇ ਉਹ ਚੇਤਨ ਹੈ, ਉਹ जड़ नहीं है, चेतन है। और दूसरा है ज्ञान ਉਹਦੇ 'ਚ धारण ਹੁੰਦਾ है जी। और तीसरा है कि जो कर्म करते हैं ਉਹਦੀ शक्ति है। और कर्म और ਉਹਦਾ फल ਜਿਹੜਾ ਹੀ, ਉਹਦੇ इंप्रेशन ਜਿਹੜੇ ਰਹਿੰਦੇ ਆ, ਉਹ ਵੀ आत्मा 'ਚ धारण ਹੁੰਦੇ। ਔਰ ਸਰੀਰ ਦੇ ਜ਼ਰੀਏ ਉਹ ਸਾਰੇ ਤੁਹਾਨੂੰ ਅਨੁਭਵ ਹੁੰਦੇ ਆ, ਜਦੋਂ ਸਰੀਰ ਤੁਹਾਡਾ ਠੀਕ ਹੈ। ਤੇ ਜਦੋਂ ਸਰੀਰ ਸਾਥ ਨਹੀਂ ਦਿੰਦਾ ਤੇ ਆਤਮਾ ਫਿਰ ਸੁਤੰਤਰ ਹੈ, ਸਰੀਰ ਨੂੰ ਛੱਡ ਕੇ ਦੂਸਰਾ ਸਰੀਰ ਲੈ ਲੈਂਦੀ ਹੈ। ਲੇਕਿਨ ਉਹ ਦੁਨੀਆ ਵਾਲੇ ਇਸ ਚੀਜ਼ ਨੂੰ ਸਮਝਦੇ ਨਹੀਂ ਹੈ, ਉਹ ਰੋਣਾ ਸ਼ੁਰੂ ਕਰ ਦਿੰਦੇ ਆ। ਵੈਸੇ ਕਹਿਣਗੇ ਕਿ ਉਹ स्वर्ग पधारिया, स्वर्ग च चला गया। अरे स्वर्ग तो स्वर्ग ही है ना, फिर क्यों रोंदे हो? लेकिन ज्ञान तो बिना, अज्ञानता के कारण ये सारियां गल्लां उल्टियां सुलटियां है। ते संस्कार जो होंदे ये भी आत्मा मतलब अच्छे हो या बुरे? हाँ बिल्कुल, आत्मा च ही होंदे है। और आत्मा अपने अंदर पुरुषार्थ करती है कि जेड़े बुरे संस्कार है उन्होंने मैं मिटा दिया। वो मिट जान ते आत्मा एकदम उज्जवल तेज लाइट वाली होएगी। और उस करके फिर आत्मा दी क्वालिटी दे अनुसार ਉਹਦਾ जन्म भी ਇਹੋ ਜਿਹਾ ਹੀ ਹੋਏਗਾ। लेकिन ਜਦੋਂ ਇੱਕ ਬੱਚਾ ਨਵੀਂ ਦੁਨੀਆ 'ਚ ਆਉਂਦਾ, ਕੁਝ ਸਾਲ ਵਰਸ਼ ਉਹ ਕੁਝ ਐਸੇ ਕਰਮ ਕਰਦਾ, ਵਿਕਰਮ ਕਰਦਾ, ਜਿੱਦਾਂ ਕੋਈ ਵੀ ਕਰਮ ਕਰ ਲਈਏ, ਉਹ ਪਿਛਲੇ ਸੰਸਕਾਰ ਹੁੰਦੇ ਜਾਂ ਉਸ ਪਰਿਵਾਰ ਦੇ ਸੰਸਕਾਰ ਉਹਨੂੰ ਮਿਲਦੇ?
ਆਤਮਾ ਦੇ ਪਿਛਲੇ ਸੰਸਕਾਰ ਵੀ ਹੁੰਦੇ ਆ, ਅੱਛਾ। ਲੇਕਿਨ ਬਚਪਨ ਤੋਂ ਹੀ ਉਹਨੂੰ ਸੰਗ ਕੀ ਮਿਲਦਾ ਹੈ, ਉਹ ਸੰਗ ਦਾ ਰੰਗ ਲੱਗਦਾ ਹੈ। ਜੀ ਭਾਜੀ, ਸਾਨੂੰ ਪਰਮਾਤਮਾ ਯੋਗ ਸਿਖਾਉਂਦੇ, ਅਸੀਂ ਜਿੱਦਾਂ ਬੋਲਦੇ ਰਾਜਯੋਗ, ਤੇ ਰਾਜਯੋਗ ਕਿਆ, ਯੋਗ ਜਾਂ ਰਾਜਯੋਗ? ਬਾਬਾ ਨੇ ਦੋਨਾਂ ਤੋਂ ਅਲੱਗ ਕਰ ਦਿੱਤਾ। ਯਾਦ ਯਾਦ, ਅਗਰ ਮੈਂ ਤੁਹਾਡੇ ਵਰਗੋਂ ਇਹ ਪੁੱਛਣਾ ਚਾਹਾਂ ਕਿ 2 ਮਿੰਟ ਜਾਂ 3 ਮਿੰਟ ਸਾਨੂੰ ਥੋੜਾ ਜਿਹਾ ਯੋਗ ਕਰਵਾਈਏ ਤੇ ਯਾਦ ਕਰਨਾ ਹੀ ਨਾ, ਕਿੱਦਾਂ ਕਰੀਏ ਯਾਦ? ਆਪਣੇ ਆਪ ਨੂੰ ਪਹਿਲੇ ਇਸ ਸਿਮਰਤੀ ਚ ਲਿਆਓ ਕਿ ਤੁਸੀਂ ਹੋ ਕੌਣ। ਤੇ ਆਪਣੇ ਮਨ 'ਚ ਥੋੜਾ ਜਿਹਾ ਸੰਕਲਪ ਕਰਨਾ ਪਏਗਾ ਕਿ ਮੈਂ ਇੱਕ ਸ਼ੁੱਧ ਆਤਮਾ, ਪਵਿੱਤਰ ਆਤਮਾ, ज्योति स्वरूप आत्मा, और मेरा स्वधर्म शांति। तो मैं शांत स्वरूप आत्मा और सर्वशक्तिवान पिता परमात्मा दी संतान, वो ज्ञान दे सागर, प्रेम दे सागर, शांति दे सागर, वो भी ज्योति स्वरूप ने। ਤੇ ਉਹਨਾਂ ਦੇ ਨਾਲ ਮੈਂ ਆਪਣਾ ਜਿਗਰੀ ਪਿਆਰ ਉਸ ਦੇ ਆਧਾਰ ਤੇ ਆਪਣਾ ਮਨ ਉਹਨਾਂ ਦੇ ਨਾਲ ਜੋੜਦਾ ਹੈ। ਸਾਡੇ ਪਿੰਡਾਂ ਦੀ ਗੱਲ ਹੈਗੀ ਆ, ਪੰਜਾਬ ਦੀ ਮਾਤਾ, ਬਜ਼ੁਰਗ ਮਾਤਾ ਬੜੇ ਪਿਆਰ ਨਾਲ ਕਹਿੰਦੇ ਸੀ, ਬਾਬਾ ਮੈਂ ਤੈਨੂੰ ਯਾਦ ਕਰਦੀ ਹਾਂ, ਤੂੰ ਮੈਨੂੰ ਯਾਦ ਕਰ। ਯਾਦ ਸੇ ਯਾਦ ਮਿਲਤੀ ਹੈ। ਉਹ ਬਿਲਕੁਲ ਠੀਕ ਕਹਿੰਦੀ ਸੀ, ਗਲਤ ਨਹੀਂ ਕਿਹਾ ਉਸਨੇ। ਤੇ ਬਾਬਾ ਵੀ ਕਹਿੰਦਾ ਹੀ ਕਿ ਜਦੋਂ ਤੁਸੀਂ ਮੈਨੂੰ ਯਾਦ ਕਰਦੇ ਹੋ ਤੇ ਮੈਂ ਆਪਣੇ ਪਰਮ ਧਾਮ ਤੋਂ ਚੱਲ ਕਰਕੇ ਤੁਹਾਡੇ ਕੋਲ ਆ ਜਾਂਦਾ। ਬਾਬਾ ਵੀ ਬੱਚਿਆਂ ਨੂੰ ਯਾਦ ਕਰਦੇ ਨੇ। ਕਿਹੜੇ ਬੱਚਿਆਂ ਨੂੰ ਯਾਦ ਕਰਦੇ ਆ? ਜਿਹੜੇ ਬੱਚੇ ਬਾਬਾ ਦੀ ਸ਼੍ਰੀਮਤ 'ਤੇ ਚੱਲਦੇ ਨੇ, ਆਪਣੇ ਜੀਵਨ ਨੂੰ ਪਵਿੱਤਰ ਬਣਾਉਂਦੇ ਨੇ, ਔਰ ਦੂਸਰੀ ਜੋ ਵੀ ਆਪਣੇ ਭਾਈ ਭੈਣ ਹੈਗੇ, ਆਸ-ਪਾਸ ਹੈਗੇ ਜਾਂ ਦੂਸਰੇ, ਉਹਨਾਂ ਦੀ ਸੇਵਾ ਵਾਸਤੇ ਉਹ ਨਿਮਿਤ ਬਣ ਜਾਂਦੇ ਆ। ਤੇ ਇਹ ਬੜੀ ਸਹਿਜ ਜਿਹੀ ਗੱਲ ਹੈ। ਇਸ ਕਰਕੇ ਥੋੜ੍ਹਾ 1 ਮਿੰਟ ਵਾਸਤੇ ਆਪਣੇ ਮਨ ਨੂੰ ਸ਼ਿਵ ਬਾਬਾ ਦੇ ਨਾਲ ਲਗਾ ਕੇ ਦੇਖੋ, ਔਰ ਮਨ 'ਚ ਇਹੀ ਸੰਕਲਪ ਆਹਿਸਤਾ ਆਹਿਸਤਾ ਚਲੇ, ਮੈਂ शुद्ध आत्मा, शांत स्वरूप आत्मा, बाबा मैं आपकी संतान, प्यारी प्यारी संतान हूँ। आप हम सब के परम पिता, और आप शांति के सागर, आनंद के सागर। सानू भी वो चीज़ तुसी वरसे च दे रहे हो। इस जीवन च ज्ञान तो बाद जो शांति मिली है, जो सुख मिलिया, वो पहले नहीं सी। इस करके बाबा नूं असी दिलों याद भी करते हैं और दिलों धन्नवाद भी दिंदे हैं कि सानू इस लायक समझा, करोड़ां अरबां चों चुन करके सानू बाबा ने अपने दिल तख्त ते बिठा लिया। तो ये बहुत ही साडे वास्ते जी, थैंक यू। ओम शांति।